किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। 8वें कांड का 8वां भाग अर्थ समझण दी लोड़ छड्ड के पाठ करना। वाहिगुरू जी का खालसा वाहिगुरू जी की फतेह। गुरबाणी विच अजिहे बेअंत शब्द हैं जिन्हां द्वारा गुरुदेव जी ने फरमाया होया है कि गुरमत ज्ञान नूं बुझण लई ਅਤੇ ਮਨ ਵਿੱਚ ਵਸਾਉਣ ਲਈ ਪਾਠ ਕਰਨਾ ਹੈ ਅਤੇ ਫਿਰ ਸਮਝੇ ਹੋਏ ਗਿਆਨ ਦੀ ਕਮਾਈ ਕਰਨ ਦੀ ਲੋੜ ਹੈ। ਭਾਵ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲ ਲੈਣ ਦੀ ਬਾਰ-ਬਾਰ ਤਾਕੀਦ ਕੀਤੀ ਹੋਈ ਹੈ। ਬਿਨਾਂ ਅਜਿਹੀ ਇੱਛਾ ਦੇ ਕਿਸੇ ਭਰਮ ਅਧੀਨ ਪਾਠ ਕਰਨ ਨੂੰ ਗੁਰਦੇਵ ਜੀ ਨੇ ਨਿਸਫਲ ਫਰਮਾਇਆ ਹੈ। ਸਿੱਖ ਸਿਧਾਂਤ ਦੇ ਜਨਮਦਾਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣ। ਪੰਨਾ 148। ਦਾਸ ਆਪ ਜੀ ਨੂੰ ਉਹਨਾਂ ਪਾਵਨ ਸ਼ਬਦਾਂ ਵਿੱਚੋਂ ਹੀ ਕੁਝ ਸ਼ਬਦ ਸੁਣਾਉਂਦਾ ਹੈ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੇ ਪਹਿਲੇ ਸਰੂਪ ਸਮੇਂ ਉਚਾਰੇ ਸਨ। ਬਾਕੀ ਪਾਵਨ ਸ਼ਬਦਾਂ ਦੀ ਤੁਸਾਂ ਸੂਚੀ ਲੈ ਲੈਣੀ ਅਤੇ ਵਿਹਲੇ ਸਮੇਂ ਗੁਰੂ ਮਹਾਰਾਜ ਦੀ ਹਾਜ਼ਰੀ ਭਰ ਕੇ ਆਪ ਪੜ੍ਹ ਲੈਣੇ ਅਤੇ ਸਿੱਖਿਆ ਦ੍ਰਿੜ ਕਰ ਲੈਣੀ। ਸ਼ਬਦ ਸੁਣਨ ਤੋਂ ਪਹਿਲਾਂ ਗੁਰਮਤਿ ਦੇ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝ ਲਵੋ ਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੇ। ਪੰਨਾ 647। ਭਾਵ ਮਹਾਂਪੁਰਖ ਕਿਸੇ ਦੇ ਸੰਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ, ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ। ਜਿਹੜੇ ਮਨੁੱਖ ਸਤਿਗੁਰੂ ਦੇ ਬਚਨਾਂ ਅਨੁਸਾਰ ਚੱਲਣ ਗਿੱਝੇ ਹੁੰਦੇ ਹਨ ਉਹ ਅਜਿਹੀ ਸਿੱਖਿਆ ਸੁਣ ਕੇ ਪ੍ਰਭੂ ਦਾ ਭਾਉ ਹਿਰਦੇ ਧਾਰਨ ਕਰਦੇ ਹਨ ਅਤੇ ਆਪਣੇ ਆਪ ਦੀ ਖੋਜ ਕਰਕੇ ਵਿਚਾਰਦੇ ਹਨ ਕਿ ਕਿਤੇ ਗੁਰੂ ਦੀ ਸਿੱਖਿਆ ਮੇਰੇ ਵਾਸਤੇ ਹੀ ਤਾਂ ਨਹੀਂ ਹੈ, ਕਿਉਂਕਿ ਗੁਰਦੇਵ ਜੀ ਦਾ ਵਾਸਤਾ ਬ੍ਰਾਹਮਣੀ ਲੁੱਟ ਨੀਤੀ ਵਾਲੇ ਪਖੰਡ ਨਾਲ ਪਿਆ ਸੀ। ਇਸ ਕਾਰਨ ਉਹਨਾਂ ਨੇ ਆਪਣੀ ਸਿੱਖਿਆ ਵਿੱਚ ਵਿਸ਼ੇਸ਼ ਕਰਕੇ ਬ੍ਰਾਹਮਣ ਨੂੰ ਹੀ ਸੰਬੋਧਨ ਕੀਤਾ ਹੈ। ਉਹ ਸਮੇਂ ਦੇ ਧਰਮ ਗ੍ਰੰਥਾਂ ਦੇ ਮੰਤਰ ਪਾਠ ਦੇ ਜ਼ਿਕਰ ਨੂੰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੇ ਅਜਿਹੇ ਪਾਠਾਂ ਬਾਰੇ ਹੁਕਮ ਸਮਝਣਾ ਚਾਹੀਦਾ ਹੈ। ਪੜ੍ਹੇ ਮਨਮੁਖ ਪਰ ਬਿਦ ਨਹੀਂ ਜਾਣਾ, ਨਾਮ ਨਾ ਬੁਝੇ ਭਰਮ ਭੁਲਾਨਾ, ਲੈ ਕੇ ਵੱਡੀ ਦੇਨ ਉਗਾਹੀ ਦੁਰਮਤ ਕਾ ਗਲ ਫਾਹਾ ਹੈ। ਸਿਮਰਤ ਸ਼ਾਸਤਰ ਪੜ੍ਹੇ ਪੁਰਾਣਾ, ਵਾਦ ਵਖਾਣੇ ਤਤ ਨਾ ਜਾਣਾ, ਵੇਣ ਗੁਣ ਪੂਰੇ ਤਤ ਨਾ ਪਾਈਐ, ਸੱਚ ਸੂਚੇ ਸੱਚ ਰਾਹਾ ਹੈ। ਪੰਨਾ 1032। ਅਰਥ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਧਾਰਮਿਕ ਗ੍ਰੰਥ ਪੜ੍ਹਦੇ ਹਨ, ਪਰ ਉਹ ਉਸ ਪੜ੍ਹੇ ਹੋਏ ਤੇ ਅਮਲ ਕਰਨ ਦੀ ਜਾਚ ਨਹੀਂ ਸਿੱਖਦੇ। ਉਸ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਸਮਝਦੇ। ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। ਅਜਿਹੇ ਬੰਦਿਆਂ ਦੀ ਕਰਤੂਤ ਇਹ ਹੁੰਦੀ ਹੈ ਕਿ ਰਿਸ਼ਵਤਾਂ ਲੈ ਲੈ ਝੂਠੀਆਂ ਗਵਾਹੀਆਂ ਦਿੰਦੇ ਹਨ। ਭਾਵ ਅਰਥ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਦੀ ਲੋੜ ਦੀ ਪਰਵਾਹ ਨਾ ਕਰਦਿਆਂ ਬਾਣੀ ਦੇ ਅਜਿਹੇ ਖੰਡ ਪਾਠੀ ਬੇਈਮਾਨੀ ਦੀ ਕਮਾਈ ਕਰਦੇ ਹਨ। ਭੈੜੀ ਮੱਤ ਕਰਕੇ ਉਹਨਾਂ ਦੇ ਗਲ ਵਿੱਚ ਵਿਕਾਰਾਂ ਦੀ ਫਾਹੀ ਪਈ ਰਹਿੰਦੀ ਹੈ। ਸਿਮਰਤੀਆਂ ਸ਼ਾਸਤਰਾਂ ਅਤੇ ਪੁਰਾਣਾਂ ਨੂੰ ਪੜ੍ਹਦੇ ਹਨ। ਧਰਮ ਗ੍ਰੰਥਾਂ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਈ ਵਿਧੀਆਂ ਨਾਲ ਕਰਦੇ ਹਨ, ਪਰ ਨਿਰੀ ਜ਼ਬਾਨੀ ਚਰਚਾ ਕਰਦੇ ਹਨ ਕਿ ਅਸੀਂ ਬੜੇ ਤਕੜੇ ਪਾਠੀ ਹਾਂ, ਅਸਲੀਅਤ ਨੂੰ ਨਹੀਂ ਸਮਝਦੇ। ਪੂਰੇ ਗੁਰੂ ਦੀ ਸ਼ਰਨ ਪੈ ਕੇ ਉਸ ਦੀ ਸਿੱਖਿਆ 'ਤੇ ਚੱਲੇ ਬਿਨਾਂ ਅਸਲੀਅਤ ਦੀ ਸੋਝੀ ਆ ਹੀ ਨਹੀਂ ਸਕਦੀ। ਜੋ ਬੰਦੇ ਪ੍ਰਭੂ ਦਾ ਨਾਮ ਸਿਮਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਗੁਰੂ ਦੀ ਸਿੱਖਿਆ ਨੂੰ ਸਮਝ ਕੇ ਉਸ 'ਤੇ ਤੁਰਨ ਵਾਲੇ ਬੰਦੇ ਪ੍ਰਭੂ ਦਾ ਨਾਮ ਸਿਮਰਦੇ ਹਨ ਅਤੇ ਜ਼ਿੰਦਗੀ ਦਾ ਸਹੀ ਜੀਵਨ ਰਸਤਾ ਫੜ ਲੈਂਦੇ ਹਨ। ਪੰਡਤ ਪੜ੍ਹੇ ਵਖਾਣੇ ਵੇਦ, ਅੰਤਰ ਵਸਤ ਨਾ ਜਾਣੇ ਭੇਦ, ਗੁਰਬਿਨ ਸੋਝੀ ਬੂਝ ਨਾ ਹੋਏ, ਸਾਚਾ ਰਵ ਰਹਿਆ ਪ੍ਰਭ ਸੋਏ। ਪੰਨਾ 355। ਅਰਥ ਪੰਡਤ ਲੋਕ ਵੇਦ ਪੜ੍ਹਦੇ ਹਨ, ਸਿੱਖ ਡੇਰੇਦਾਰ ਦੀ ਵਿਧੀ ਨਾਲ ਬਾਣੀ ਦੇ ਪਾਠ ਕਰਦੇ ਹਨ ਤੇ ਹੋਰਨਾਂ ਨੂੰ ਵਿਆਖਿਆ ਕਰਕੇ ਸੁਣਾਉਂਦੇ ਹਨ, ਪਰ ਨਿਰੇ ਪਾਠ ਅਤੇ ਵਿਆਖਿਆ ਕਰ ਸਕਣ ਦੇ ਮਾਣ ਵਿੱਚ ਰਹਿ ਕੇ ਇਹ ਭੇਦ ਨਹੀਂ ਸਮਝਦੇ ਕਿ ਪਰਮਾਤਮਾ ਦਾ ਨਾਮ ਪਦਾਰਥ ਅੰਦਰ ਹੀ ਹੈ, ਵਿਧੀਆਂ ਅਤੇ ਸਮੱਗਰੀਆਂ ਦੀ ਸਹਾਇਤਾ ਨਾਲ ਕੀਤੇ ਪਾਠਾਂ ਵਿੱਚ ਨਹੀਂ ਹੈ, ਸਗੋਂ ਹਿਰਦੇ ਦੇ ਅੰਦਰ ਹੀ ਹੈ।
ਪਰਮਾਤਮਾ ਹਰੇਕ ਹਿਰਦੇ ਦੇ ਅੰਦਰ ਵਿਆਪਕ ਹੈ, ਪਰ ਇਹ ਸਮਝ ਨਿਰੇ ਪਾਠਾਂ ਨਾਲ ਕਦੇ ਨਹੀਂ ਆਉਣੀ, ਗੁਰੂ ਦੀ ਸਿੱਖਿਆ ਤੇ ਚੱਲਣ ਨਾਲ ਹੀ ਆਉਣੀ ਹੈ। ਵਾਚੈ ਪੁਸਤਕ ਵੇਦ ਪੁਰਾਨਾ, ਏਕ ਬੈ ਸੁਨੇ ਸੁਨਾਵੈ ਕਾਨਾ, ਅਜਗਰ ਕਪਟ ਕਹੋ ਕਿਉ ਖੋਲੈ, ਬਿਨ ਸਤਿਗੁਰ ਤਤ ਨ ਪਾਇਆ। ਪੰਨਾ 1043। ਅਰਥ ਪੰਡਤ ਲੋਕ ਅਥਵਾ ਭਾਈ ਵੇਦ ਪੁਰਾਣ ਆਦਿਕ ਧਰਮ ਪੁਸਤਕਾਂ ਗੁਰੂ ਗ੍ਰੰਥ ਸਾਹਿਬ ਦੇ ਵਿਧੀਆਂ ਅਧੀਨ ਅੱਡ-ਅੱਡ ਤਰ੍ਹਾਂ ਦੇ ਪਾਠ ਕਰਦੇ ਹਨ। ਜੋ ਕੁਝ ਉਹ ਸੁਣਾਉਂਦੇ ਹਨ ਉਸ ਨੂੰ ਅਨੇਕਾਂ ਬੰਦੇ ਬਹਿ ਕੇ ਧਿਆਨ ਨਾਲ ਸੁਣਦੇ ਹਨ, ਪਰ ਇਸ ਤਰ੍ਹਾਂ ਮਨ ਨੂੰ ਕਾਬੂ ਰੱਖਣ ਵਾਲਾ ਮਾਇਆ ਦੇ ਮੋਹ ਦਾ ਕਰੜਾ ਕਵਾੜ ਕਿਸੇ ਵੀ ਹਾਲਤ ਵਿੱਚ ਖੋਲ੍ਹ ਨਹੀਂ ਸਕਦਾ, ਕਿਉਂਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਅਸਲੀਅਤ ਨਹੀਂ ਲੱਭਦੀ। ਪਰ ਸਿੱਖਾਂ ਦੇ ਪਾਠੀ ਨੂੰ ਤਾਂ ਕੋਈ ਸੁਣਦਾ ਹੀ ਘੱਟ ਵੱਧ ਹੈ। ਬਸ ਵਿਧੀਆਂ ਅਤੇ ਸਮੱਗਰੀਆਂ ਦੇ ਜ਼ੋਰ ਨਾਲ ਪਾਠ ਕਰ ਲੈਣ ਨਾਲ ਹੀ ਬੇੜੇ ਬੰਨੇ ਲੱਗਦੇ ਜਾ ਰਹੇ ਹਨ ਅਤੇ ਸਿੱਖ ਗੁਰੂ ਦੀ ਮੱਤ 'ਤੇ ਚੱਲਣ ਦੀ ਥਾਂ ਉਲਟਾ ਉਹ ਕੁਝ ਕਰ ਰਿਹਾ ਹੈ ਜਿਸ ਤੋਂ ਸਤਿਗੁਰਾਂ ਨੇ ਬਾਰ-ਬਾਰ ਰੋਕਿਆ ਹੈ। ਸਿਮਰਤ ਸ਼ਾਸਤਰ ਕਰੇ ਵਖਿਆਣ, ਨਾਦੀ ਬੇਦੀ ਪੜ੍ਹੇ ਪੁਰਾਣ, ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ, ਤਿਨ ਕਹਿ ਰਮਈਆ ਨੇੜ ਨਾਹੇ। ਪੰਨਾ 1169। ਅਰਥ ਪੰਡਤ ਲੋਕ ਸਿਮਰਤੀਆਂ ਤੇ ਸ਼ਾਸਤਰ ਪੜ੍ਹ ਕੇ ਹੋਰਨਾਂ ਨੂੰ ਸੁਣਾਉਂਦੇ ਹਨ ਤੇ ਨਾਦ ਵਜਾ ਕੇ ਵੇਦ ਪੜ੍ਹਦੇ ਹਨ। ਕੋਈ ਪੁਰਾਣ ਪੜ੍ਹਦੇ ਹਨ, ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿਧੀਆਂ ਨਾਲ ਪਾਠ ਕਰਦੇ ਹਨ, ਪਰ ਉਹਨਾਂ ਦੀ ਨਿਗਾਹ ਪਖੰਡ ਵਾਲੀ ਹੈ, ਮਾਇਆ ਲੁੱਟਣ ਵਾਲੀ ਅਤੇ ਡੇਰੇ ਚਲਾ ਕੇ ਮੁਫਤ ਦੇ ਚੇਲੇ ਸੇਵਾਦਾਰ ਵੀ ਬਣਾ ਸਕਣ ਦੇ ਯਤਨ ਵਾਲੀ ਹੈ। ਮਨ ਵਿੱਚ ਉਹ ਖੋਟ ਕਮਾਉਂਦੇ ਹਨ। ਪ੍ਰਭੂ ਅਜਿਹੇ ਬੰਦਿਆਂ ਦੇ ਨੇੜੇ ਨਹੀਂ ਟੁਕਦਾ। ਪੰਡਤ ਵਾਚੈ ਪੋਥੀਆਂ, ਨਾ ਬੂਝੇ ਵਿਚਾਰ, ਅਨ ਕੋ ਮਤੀ ਦੇ ਚੱਲੈ, ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਭਵੈ, ਰਹਿਣੀ ਸ਼ਬਦ ਸੋ ਸਾਰ। ਪੰਨਾ 56। ਅਰਥ ਪੰਡਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ, ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਦੇ ਹਨ, ਪਰ ਵਿਚਾਰ ਨਹੀਂ ਸਮਝਦੇ, ਹੋਰਨਾਂ ਨੂੰ ਹੀ ਮੱਤਾਂ ਦੇ ਕੇ ਜਗਤ ਤੋਂ ਚਲੇ ਜਾਂਦੇ ਹਨ। ਉਹਨਾਂ ਦਾ ਸਾਰਾ ਇਹ ਉਦਮ ਮਾਇਆ ਕਮਾਉਣ ਲਈ ਵਪਾਰ ਬਣਿਆ ਰਹਿ ਜਾਂਦਾ ਹੈ। ਸਾਰਾ ਸਿੱਖ ਜਗਤ ਝੂਠੀ ਕਥਨੀ ਵਿੱਚ ਭਟਕਦਾ ਰਹਿੰਦਾ ਹੈ। ਭਾਵ ਆਮ ਤੌਰ 'ਤੇ ਜੀਵਾਂ ਦੇ ਅੰਦਰ ਝੂਠ ਫਰੇਬ ਹੈ ਤੇ ਬਾਹਰ ਗਿਆਨ ਦੀਆਂ ਗੱਲਾਂ ਹਨ। ਪ੍ਰਭੂ ਦੀ ਸਿਫਤ ਸਲਾਹ ਵਾਲਾ ਗੁਰੂ ਦਾ ਗਿਆਨ ਰੂਪੀ ਸ਼ਬਦ ਹਿਰਦੇ ਵਿੱਚ ਟਿਕਾ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਣਾ ਹੀ ਸ੍ਰੇਸ਼ਟ ਰਹਿਣੀ ਹੈ। ਸ੍ਰੀ ਦਰਬਾਰ ਸਾਹਿਬ ਦੀ ਕਮੇਟੀ ਤੋਂ ਲੈ ਕੇ ਕਿਹੜੇ ਗੁਰਦੁਆਰੇ ਵਿੱਚ ਅਜਿਹੀ ਕਮੇਟੀ ਹੈ ਜਿਸ ਨੂੰ ਪਾਠ ਬੁੱਕ ਕਰਕੇ ਵੱਧ ਤੋਂ ਵੱਧ ਮਾਇਆ ਇਕੱਠੀ ਕਰਨ ਦਾ ਭੁੱਸ ਨਹੀਂ ਪਿਆ ਹੋਇਆ। ਲਗਭਗ ਸਾਰੇ ਸਿੱਖ ਪ੍ਰਚਾਰਕ ਮਾਇਆ ਦੀ ਉਗਰਾਹੀ ਕਰਨ ਵਾਸਤੇ ਹੀ ਦੇਸ਼ ਪਰਦੇਸ ਹਰਲ ਕਰਦੇ ਫਿਰ ਰਹੇ ਹਨ, ਪਰ ਗੁਰਦੇਵ ਜੀ ਦਾ ਫਰਮਾਨ ਹੈ ਕਿ ਮਾਇਆ ਦੀ ਖੱਟੀ ਕਰਨ ਲਈ ਜਿਹੜਾ ਜਾ ਕੇ ਜਗਤ ਨੂੰ ਸਿੱਖਿਆ ਦਿੰਦਾ ਫਿਰਦਾ ਹੈ ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਿਆ ਦੁਖੀ ਰਹਿੰਦਾ ਹੈ। ਦੂਜੇ ਭਾਏ ਜਾਏ ਜਾਗ ਪਰ ਬੁੱਧ ਹੈ, ਵੇਖ ਮਾਇਆ ਮੋਹ ਸੁਵਾਏ, ਇਤ ਕਮਾਣੇ ਸਦਾ ਦੁਖ ਪਾਵੇ, ਜੰਮੈ ਮਰੇ ਫਿਰ ਆਵੇ ਜਾਏ। ਪੰਨਾ 512। ਅਰਥ ਮਨਮੁਖ ਮਾਇਆ ਦੇ ਮੋਹ ਵਿੱਚ ਹੈ, ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ। ਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਉਂਦਾ ਹੈ, ਜੰਮਦਾ ਹੈ ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ। ਸਿੱਖੀ ਦੇ ਅੱਜ ਵਾਲੇ ਪ੍ਰਚਾਰਕ ਅਥਵਾ ਰਾਗੀ ਗੁਰਦੇਵ ਜੀ ਦੇ ਸਮੇਂ ਵਾਲੇ ਬ੍ਰਾਹਮਣ ਅਥਵਾ ਮੌਲਵੀ ਨਾਲੋਂ ਕਈ ਗੁਣਾ ਅੱਗੇ ਲੰਘ ਚੁੱਕੇ ਹਨ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ, ਜਮਪੁਰ ਬਾਂਧਾ ਚੋਟਾਂ ਖਾਵੇ। ਪੰਨਾ 194। ਇਸ ਗੁਰੂ ਫਰਮਾਨ ਤੋਂ ਸਿੱਧ ਹੈ ਕਿ ਮਾਇਆ ਬਿਖ ਦੀ ਉਗਰਾਹੀ ਕਰਨ ਲਈ ਮਨਮਤੀ ਢੰਗ ਨਾਲ ਅੰਮ੍ਰਿਤ ਗੁਰਬਾਣੀ ਸੁਣਾਉਣ ਵਾਲੇ ਸਾਰੇ ਪ੍ਰਚਾਰਕ ਰਾਗੀ ਜਾਂ ਢਾਡੀ ਨਰਕਾਂ ਦੇ ਅਧਿਕਾਰੀ ਬਣ ਰਹੇ ਹਨ। ਦੁਨੀਆ ਦੇ ਕਿਸੇ ਅਧਿਆਪਕ ਨੇ ਆਪਣੇ ਸ਼ਾਗਿਰਦਾਂ ਨੂੰ ਕਦੇ ਨਹੀਂ ਕਿਹਾ ਕਿ ਉਹ ਕਿਸੇ ਪੁਸਤਕ ਨੂੰ ਸਮਝਣ ਦੀ ਲੋੜ ਤੋਂ ਬਿਨਾਂ ਪੜ੍ਹੀ ਜਾਏ। ਲਾਹੇਵੰਦ ਗਿਆਨ ਦੀ ਕਿਸੇ ਪੁਸਤਕ ਦਾ ਵਿਧੀ ਨਾਲ ਪਾਠ ਅਥਵਾ ਅਖੰਡ ਪਾਠ ਕਰਨ ਦੀ ਸਿੱਖਿਆ ਦੇਣ ਵਾਲੇ ਉਸਤਾਦ ਟੀਚਰ ਨੂੰ ਸਾਰੇ ਲੋਕ ਮੂਰਖ ਕਹਿਣਗੇ। ਉਸ ਦੇ ਕੋਲ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਨਹੀਂ ਭੇਜੇਗਾ। ਕਿੱਡੀ ਬਦਕਿਸਮਤੀ ਹੈ ਕਿ ਗੁਰੂ ਦਾ ਸਿੱਖ ਉਸੇ ਗੁਰੂ ਦੇ ਸਿਰਫ ਮੰਤਰ ਪਾਠ ਹੀ ਕਰੀ ਜਾਣੇ ਕਲਿਆਣਕਾਰੀ ਮੰਨੀ ਬੈਠਾ।
ਜਿਹੜਾ ਬਾਰ-ਬਾਰ ਇਹ ਫਰਮਾ ਰਿਹਾ ਹੈ ਕਿ ਮੇਰੇ ਹੁਕਮਾਂ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਣਾਓ। ਬਿਨਾਂ ਸਮਝ ਦੀ ਲੋੜ ਤੋਂ ਧਾਰਮਿਕ ਗ੍ਰੰਥਾਂ ਦੇ ਪਾਠ ਕਰਨ ਦੇ ਫਲਾਂ ਦਾ ਭਰਮ ਪਾ ਕੇ ਮੰਤਰ ਪਾਠਾਂ ਦੀ ਰੀਤ ਸਭ ਤੋਂ ਪਹਿਲਾਂ ਬ੍ਰਾਹਮਣ ਨੇ ਚਲਾਈ ਸੀ। ਉਸ ਦਾ ਕਾਰਨ ਇਹ ਸੀ ਕਿ ਬ੍ਰਾਹਮਣ ਮਨੁੱਖ ਨੂੰ ਅਗਿਆਨੀ ਰੱਖ ਕੇ ਆਪਣੀ ਲੁੱਟ ਦਾ ਸਾਧਨ ਬਣਾਈ ਰੱਖਣਾ ਚਾਹੁੰਦਾ ਸੀ। ਗੁਰਦੇਵ ਜੀ ਨੇ ਅਜਿਹੇ ਬੇਅਰਥ ਦੀ ਰੀਤ ਦੀ ਭਰਪੂਰ ਖੰਡਨਾ ਕੀਤੀ ਅਤੇ ਇਸ ਲੁੱਟ ਨੀਤੀ ਵਾਲੇ ਪਖੰਡ ਨੂੰ ਰੋਕਣ ਦੇ ਯਤਨ ਵਿੱਚ ਬੇਅੰਤ ਸ਼ਬਦ ਰਚੇ। ਪਰ ਬੜੇ ਦੁੱਖ ਦੀ ਗੱਲ ਹੈ ਕਿ ਗੁਰੂ ਕੇ ਸਿੱਖ ਦੇ ਸਿਰ ਤੇ ਬ੍ਰਾਹਮਣੀ ਰੀਤ ਦਾ ਭੂਤ ਏਡੀ ਸਫਲਤਾ ਨਾਲ ਸਵਾਰ ਹੈ ਕਿ ਜਿਹੜੀ ਗੁਰਬਾਣੀ ਅਜਿਹੇ ਪਖੰਡ ਕਰਮ ਦੀ ਭਰਪੂਰ ਖੰਡਨਾ ਕਰਦੀ ਹੈ, ਗੁਰਬਾਣੀ ਨੂੰ ਗੁਰੂ ਮੰਨਣ ਦਾ ਢੰਡੋਰਾ ਦੇਣ ਵਾਲਾ ਖਾਲਸਾ ਉਸੇ ਬਾਣੀ ਦੇ ਵਿਧੀ ਵਾਲੇ ਮੰਤਰਾਂ ਪਾਠਾਂ ਦੀਆਂ ਲੜੀਆਂ ਤੋਰੀ ਰੱਖਦਾ ਹੈ। ਗਿਆਨ ਸਿੰਘ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਜੋ ਤੁਹਾਡੇ ਵਰਗੇ ਸੂਝਵਾਨ ਅਤੇ ਸ਼ਰਧਾਲੂ ਗੁਰਸਿੱਖ ਨਾਲ ਮਿਲਾਪ ਕਰਾ ਦਿੱਤਾ। ਆਪ ਜੀ ਦਾ ਸਦਾ ਲਈ ਰਿਣੀ ਹੋ ਗਿਆ ਜੋ ਤੁਸਾਂ ਦਾਸ ਦੇ ਮਨ ਵਿੱਚੋਂ ਬੜਾ ਵੱਡਾ ਭੁਲੇਖਾ ਕੱਢ ਦਿੱਤਾ ਹੈ। ਅੱਜ ਮੈਨੂੰ ਇਹ ਸਮਝ ਵੀ ਆ ਗਈ ਹੈ ਕਿ ਪੰਥਕ ਰਹਿਤ ਮਰਜ਼ਾਦਾ ਵਿੱਚ ਅਜਿਹੇ ਪਾਠ ਕਰਨ ਦੀ ਮਨਾਹੀ ਕੀਤੀ ਹੋਈ ਹੈ। ਬਿਨਾਂ ਸਮਝਣ ਦੀ ਲੋੜ ਦੇ ਅਖੰਡ ਪਾਠ ਜਾਂ ਸਹਿਜ ਪਾਠ ਆਦਿ ਕਰਨ ਵਿੱਚ ਸ਼ਾਮਲ ਹੋ ਕੇ ਮੈਂ ਜੋ ਪਾਪ ਕਰਦਾ ਰਿਹਾ ਹਾਂ ਉਸ ਬਾਰੇ ਸੋਚ ਕੇ ਮੈਨੂੰ ਆਪਣੇ ਆਪ ਤੋਂ ਗਿਲਾਨੀ ਆ ਰਹੀ ਹੈ। ਦਾਸ ਦਾ ਰੋਮ ਰੋਮ ਆਪ ਜੀ ਦਾ ਧੰਨਵਾਦੀ ਹੈ। ਗੁਰਦਿਆਲ ਸਿੰਘ, ਗਿਆਨ ਸਿੰਘ ਜੀ, ਦਾਸ ਦੇ ਧੰਨਵਾਦੀ ਨਾ ਹੋਵੋ, ਸਤਿਗੁਰਾਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ ਜਿਨ੍ਹਾਂ ਬੇਅੰਤ ਸ਼ਬਦਾਂ ਦੁਆਰਾ ਸਾਡਾ ਅਜਿਹਾ ਭਰਮ ਕੱਢਿਆ ਹੈ। ਤੁਸਾਂ ਕਿਸ ਆਧਾਰ ਤੇ ਕਿਹਾ ਹੈ ਕਿ ਪੰਥਕ ਰਹਿਤ ਮਰਜ਼ਾਦਾ ਵਿੱਚ ਅਖੰਡ ਪਾਠ ਆਦਿ ਕਰਨ ਦੀ ਮਨਾਹੀ ਹੈ? ਗਿਆਨ ਸਿੰਘ, ਜਿੱਥੇ ਅਖੰਡ ਪਾਠ ਕਰਨ ਦੀ ਮਰਜ਼ਾਦਾ ਲਿਖੀ ਹੈ ਉਸ ਦੇ ਐੜਾ ਭਾਗ ਵਿੱਚ ਲਿਖਿਆ ਹੈ, ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਇਸ ਹਦਾਇਤ ਦਾ ਸਿੱਧਾ ਅਰਥ ਹੈ ਕਿ ਪ੍ਰਚਲਿਤ ਪਾਠ ਪੰਥਕ ਮਰਜ਼ਾਦਾ ਦੀ ਖੰਡਨਾ ਕਰ ਰਹੇ ਹਨ, ਕਿਉਂਕਿ ਭਾਵੇਂ ਕੋਈ ਪਾਠ ਸੰਗਤ ਨੇ ਰਖਾਇਆ ਹੋਵੇ ਤੇ ਭਾਵੇਂ ਕਿਸੇ ਖਾਸ ਸ਼ਰਧਾਲੂ ਨੇ, ਉਸ ਨੂੰ ਸੁਣਦਾ ਕੋਈ ਇੱਕ ਵੀ ਨਹੀਂ ਹੁੰਦਾ। ਪਾਠ ਕਰਨ ਵਾਲੇ ਦਾ ਵੀ ਬਹੁਤਾ ਧਿਆਨ 1 ਘੰਟੇ ਵਿੱਚ ਘੱਟੋ ਘੱਟ 30 ਪੱਤਰੇ ਪੜ੍ਹ ਲੈਣ ਦੇ ਜ਼ੋਰ ਲਾਉਣ ਵਿੱਚ ਹੁੰਦਾ ਹੈ ਅਤੇ ਜਾਂ ਘੜੀ ਦੀ ਸੂਈ ਵੱਲ ਕਿ ਕਦੋਂ ਨਵਾਂ ਪਾਠੀ ਆ ਕੇ ਉਸ ਦੀ ਜਾਨ ਖਲਾਸੀ ਕਰਾਉਂਦਾ ਹੈ। ਇੰਨੇ ਨੂੰ ਸਰਦਾਰ ਝੰਡਾ ਸਿੰਘ ਗਰਮ ਦੁੱਧ ਲੈ ਕੇ ਆ ਗਿਆ। ਦੋਹਾਂ ਸੱਤ ਸੰਗੀਆਂ ਨੇ ਸਮੁੰਦਰ ਛਕਿਆ। ਫਿਰ ਗਿਆਨ ਸਿੰਘ ਜੀ ਨੇ ਸੋਹਲੇ ਦਾ ਪਾਠ ਕੀਤਾ ਅਤੇ ਅਗਲੀ ਵਾਰਤਾ ਆਰੰਭ ਕਰਨ ਲਈ ਸਵੇਰੇ 7 ਵਜੇ ਦਾ ਸਮਾਂ ਮਿੱਥ ਕੇ ਫਤਿਹ ਬੁਲਾ ਕੇ ਗਿਆਨ ਸਿੰਘ ਜੀ ਆਰਾਮ ਕਰਨ ਲਈ ਆਪਣੇ ਟਿਕਾਣੇ ਵੱਲ ਨੂੰ ਚਲੇ ਗਏ। ਸਰਦਾਰ ਝੰਡਾ ਸਿੰਘ ਸ਼ਾਮ ਤੋਂ ਹੀ ਚੁੱਪ-ਚਾਪ ਜਿਹਾ ਸੀ। ਦੁੱਧ ਫੜਾ ਕੇ ਛੇਤੀ ਹੀ ਮੁੜ ਗਿਆ ਅਤੇ ਗੁਰਦਿਆਲ ਸਿੰਘ ਨੇ ਵੀ ਬੱਤੀ ਬੁਝਾ ਦਿੱਤੀ। ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ, ਕਰਮ ਧਰਮ ਕਰਤੇ ਬਹੁ ਸੰਜਮ, ਅਹੰ ਬੁੱਧ ਮਨ ਜਾਰਿਓ ਰੇ। ਪੰਨਾ 335। ਅੰਦਰ ਝਾਤੀ ਮਾਰੀਏ, ਸ਼ਾਇਦ ਇਹ ਗੁਰੂ ਬਚਨ ਅੱਜ ਅਖੰਡ ਪਾਠੀ ਪ੍ਰਚਾਰਕਾਂ ਤੇ ਪੂਰਾ ਢੁੱਕ ਰਿਹਾ ਹੋਵੇ। ਪੰਡਤ ਪੜ੍ਹ ਪੜ੍ਹ ਉੱਚਾ ਕੂਕਦਾ, ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨਾ ਚੀਨਈ, ਮਨ ਮੂਰਖ ਗਾਵਾਰ, ਦੂਜੇ ਭਾਏ ਜਗਤ ਪ੍ਰਬੋਧ ਦਾ, ਨਾ ਬੁੱਝੇ ਵਿਚਾਰ, ਬਿਰਥਾ ਜਨਮ ਗਵਾਇਆ, ਮਰ ਜੰਮੇ ਵਾਰੋ ਵਾਰ। ਪੰਨਾ 86। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 8ਵੇਂ ਕਾਂਡ ਦਾ 8ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।